Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਗੌੜੀ ਮਹਿਲਾ ਪੰਜਵਾਂ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲੇਹੋ ਅੰਗੁਰੀਆ। ਰਹਾਓ। ਪਹਿਲੇ ਜੋ ਕਈ ਸਾਰੇ ਸ਼ਬਦ ਹਨ, ਉਹਨਾਂ ਸਾਰਿਆਂ ਦੇ ਰਾਹੀਂ ਗੁਰੂ ਜੀ ਨੇ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਹੈ। ਆਓ ਇੱਕ ਇੱਕ ਕਰਕੇ ਜਾਣਦੇ ਹਾਂ। ਭੁਜ ਬਲ ਬੀਰ। ਭੁਜ ਤੋਂ ਭਾਵ ਭੁਜਾਵਾਂ ਯਾਨੀ ਕਿ ਬਾਹਾਂ, ਬਲ ਤੋਂ ਭਾਵ ਤਾਕਤ ਤੇ ਬੀਰ ਤੋਂ ਭਾਵ ਸੂਰਮਾ। ਕਿ ਹੇ ਤਾਕਤਵਰ ਬਾਹਾਂ ਵਾਲੇ ਸੂਰਮੇ ਪ੍ਰਮਾਤਮਾ। ਅੱਗੇ ਗੁਰੂ ਜੀ ਕਹਿੰਦੇ ਸੁਖ ਸਾਗਰ, ਕਿ ਹੇ ਸੁੱਖਾਂ ਦੇ ਸਮੁੰਦਰ ਪ੍ਰਮਾਤਮਾ। ਗਰਤ ਪਰਤ, ਗਰਤ ਤੋਂ ਭਾਵ ਟੋਆ ਅਤੇ ਪਰਤ ਤੋਂ ਭਾਵ ਡਿੱਗਣਾ। ਕਿ ਮੈਂ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਟੋਏ ਵਿੱਚ ਡਿੱਗ ਪਿਆ ਹਾਂ। ਗਹਿ ਲੇਹੋ ਅੰਗੁਰੀਆ। ਗਹਿ ਤੋਂ ਭਾਵ ਫੜ ਲੈਣਾ। ਕਿ ਹੇ ਪ੍ਰਮਾਤਮਾ, ਮੇਰੀ ਤੇਰੇ ਅੱਗੇ ਅਰਦਾਸ ਹੈ ਕਿ ਮੈਨੂੰ ਉਂਗਲੀ ਤੋਂ ਫੜ ਕੇ ਇਸ ਵਿਕਾਰਾਂ ਦੇ ਟੋਏ ਦੇ ਵਿੱਚੋਂ ਬਾਹਰ ਕੱਢ ਲੈ। ਸੋ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੋ ਅੰਗੁਰੀਆ। ਰਹਾਓ। ਕਿ ਹੇ ਤਾਕਤਵਰ ਬਾਹਾਂ ਵਾਲੇ ਸੁੱਖਾਂ ਦੇ ਸਮੁੰਦਰ ਪ੍ਰਮਾਤਮਾ, ਮੈਨੂੰ ਵਿਕਾਰਾਂ ਦੇ ਟੋਏ ਵਿੱਚ ਡਿੱਗੇ ਹੋਏ ਨੂੰ ਉਂਗਲੀ ਤੋਂ ਫੜ ਕੇ ਬਾਹਰ ਕੱਢ ਲੈ। ਇੱਕ ਬੇਨਤੀ, ਇੱਕ ਅਰਜ਼ ਗੁਰੂ ਜੀ ਉਸ ਪਰਮਾਤਮਾ ਦੇ ਅੱਗੇ ਕਰਦੇ ਪਏ ਨੇ। ਅੱਗੇ ਕਹਿੰਦੇ ਹਨ, ਸਰਵਣ ਨਾ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਸਰਵਣ ਤੋਂ ਭਾਵ ਕੰਨ। ਸਰਵਣ ਨਾ ਸੁਰਤ ਭਾਵ ਕਿ ਮੇਰੇ ਕੰਨਾਂ ਦੇ ਵਿੱਚ ਇੰਨੀ ਸੋਝੀ ਨਹੀਂ ਕਿ ਤੇਰੀ ਸਿਫਤ ਸਲਾਹ ਸੁਣ ਸਕਣ। ਨੈਣ ਸੁੰਦਰ ਨਹੀਂ, ਮੇਰੇ ਨੈਣ ਇੰਨੇ ਸੋਹਣੇ ਨਹੀਂ ਕਿ ਤੈਨੂੰ ਤੱਕ ਸਕਣ। ਅਕਸਰ ਇਹ ਕਿਹਾ ਜਾਂਦਾ ਹੈ ਕਿ ਜੋ ਸੁੰਦਰਤਾ ਹੈ ਉਹ ਵੇਖਣ ਵਾਲੇ ਦੀਆਂ ਅੱਖਾਂ ਵਿੱਚ ਹੁੰਦੀ ਹੈ। ਕਿਸੇ ਵੀ ਚੀਜ਼ ਨੂੰ ਜਦ ਅਸੀਂ ਵੇਖਦੇ ਹਾਂ ਤਾਂ ਆਪਣੀ ਸੋਚ ਦੇ ਪਰਦੇ ਦੇ ਰਾਹੀਂ ਦੇਖਦੇ ਹਾਂ। ਜਿਸ ਤਰ੍ਹਾਂ ਉਦਾਹਰਣ ਦੇ ਤੌਰ ਤੇ ਜੇਕਰ ਅਸੀਂ ਇੱਕ ਜੂਸ ਵਾਲੀ ਮਸ਼ੀਨ ਲੈ ਲਈਏ, ਉਹਦੇ ਵਿੱਚ ਅਸੀਂ ਫਲ ਪਾਉਂਦੇ ਹਾਂ, ਫਲ ਦਾ ਜੂਸ ਨਿਕਲਦਾ ਹੈ, ਜੂਸ ਬਣ ਜਾਂਦਾ ਹੈ, ਤੇ ਉਸ ਜੂਸ ਅਤੇ ਭਾਂਡੇ ਦੇ ਵਿਚਕਾਰ ਇੱਕ ਜਾਲੀ ਲੱਗੀ ਹੁੰਦੀ ਹੈ, ਜਿਸ ਜਾਲੀ ਦੇ ਵਿੱਚ ਕਿ ਜੋ ਗੁੱਦਾ ਫਸ ਕੇ ਰਹਿ ਜਾਂਦਾ ਹੈ ਤੇ ਜੂਸ ਉਸ ਭਾਂਡੇ ਦੇ ਵਿੱਚ ਆ ਜਾਂਦਾ ਹੈ। ਉਸੇ ਪ੍ਰਕਾਰ ਦੀ ਜਾਲੀ ਹਰ ਮਨੁੱਖ ਨੇ ਆਪਣੀਆਂ ਅੱਖਾਂ ਦੇ ਅੱਗੇ ਪਾਈ ਹੁੰਦੀ ਹੈ। ਉਹ ਅਦ੍ਰਿਸ਼ ਹੈ, ਦਿਖਦੀ ਨਹੀਂ, ਕਿਉਂਕਿ ਉਹ ਜਾਲੀ ਸਾਡੀ ਸੋਚ ਦੀ ਹੁੰਦੀ ਹੈ। ਸੋ ਜੋ ਕੁਝ ਵੀ ਅਸੀਂ ਵੇਖਦੇ ਹਾਂ, ਆਪਣੀ ਸੋਚ ਦੀ ਉਸ ਜਾਲੀ ਦੇ ਥਰੂ ਦੇਖਦੇ ਹਾਂ। ਇਸੇ ਲਈ ਹੀ ਇੱਕ ਚੀਜ਼ ਨੂੰ ਵੇਖ ਕੇ ਦੋ ਇਨਸਾਨਾਂ ਦੇ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਨੇ। ਚੀਜ਼ ਤੇ ਇੱਕ ਹੀ ਹੈ, ਜੇ ਉਹਨੂੰ ਆਪਾਂ ਸਰੀਰਕ ਤੌਰ ਤੇ ਡਿਸਕ੍ਰਾਈਬ ਕਰਨ ਲੱਗੀਏ, ਉਹਦੀ ਵਿਆਖਿਆ ਕਰਨ ਲੱਗੀਏ, ਤਾਂ ਚੀਜ਼ ਇੱਕ ਹੀ ਹੈ, ਪਰ ਦੋ ਇਨਸਾਨਾਂ ਦੀ ਉਸ ਚੀਜ਼ ਦੇ ਬਾਰੇ 'ਚ ਵੱਖਰੀ ਵੱਖਰੀ ਸੋਚ ਹੋਵੇਗੀ। ਹੋਰ ਉਦਾਹਰਣ ਜੇਕਰ ਅਸੀਂ ਲਈਏ, ਉਦਾਹਰਣ ਦੇ ਤੌਰ ਤੇ ਮੰਨ ਲਓ ਕਿ ਇੱਕ ਲੜਕੀ ਹੈ, ਦੋ ਇਨਸਾਨ ਉਹਨੂੰ, ਦੋ ਮਰਦ ਉਹਨੂੰ ਵੇਖ ਰਹੇ ਨੇ। ਇੱਕ ਦੀ ਉਹ ਭੈਣ ਹੈ ਤੇ ਦੂਜੇ ਦੀ ਉਹ ਕੁਝ ਵੀ ਨਹੀਂ ਲੱਗਦੀ, ਤਾਂ ਉਹ ਦੋਨੋਂ ਉਸ ਲੜਕੀ ਨੂੰ ਆਪਣੀ ਆਪਣੀ ਨਿਗਾਹ ਦੇ ਨਾਲ ਵੇਖਣਗੇ। ਲੜਕੀ ਤੇ ਉਹੀ ਹੈ, ਉਹਦੇ ਵਿੱਚ ਕੋਈ ਅੰਤਰ ਨਹੀਂ, ਲੜਕੀ ਉਹੀ ਹੈ। ਫਰਕ ਕਿੱਥੇ ਪੈ ਜਾਂਦਾ ਹੈ ਕਿ ਇੱਕ ਨੇ ਆਪਣੀਆਂ ਅੱਖਾਂ ਦੇ ਮੂਹਰੇ ਭੈਣ ਵਾਲੀ ਜਾਲੀ ਲਾਈ ਹੋਈ ਹੈ ਤਾਂ ਉਹਨੂੰ ਉਹ ਲੜਕੀ ਭੈਣ ਨਜ਼ਰ ਆਉਂਦੀ ਹੈ, ਤੇ ਦੂਜੇ ਦੀਆਂ ਅੱਖਾਂ ਅੱਗੇ ਹੋ ਸਕਦਾ ਹਵਸ ਦਾ ਪਰਦਾ ਪਿਆ ਹੋਵੇ ਤਾਂ ਉਹਨੂੰ ਉਹੀ ਲੜਕੀ ਆਪਣੀ ਹਵਸ ਨੂੰ ਸ਼ਾਂਤ ਕਰਨ ਦਾ ਇੱਕ ਜ਼ਰੀਆ ਨਜ਼ਰ ਆ ਸਕਦੀ ਹੈ। ਲੜਕੀ ਉਹੀ ਹੈ, ਫਰਕ ਸਿਰਫ ਸੋਚ ਦੇ ਅੱਗੇ ਜਾਂ ਅੱਖਾਂ ਦੇ ਅੱਗੇ ਪਈ ਹੋਈ ਸੋਚ ਦੀ ਜਾਲੀ ਦਾ ਹੈ। ਇਸੇ ਲਈ ਗੁਰੂ ਜੀ ਨੇ ਲਿਖਿਆ ਹੈ ਕਿ ਨੈਣ ਸੁੰਦਰ ਨਹੀਂ, ਕਿ ਮੇਰੇ ਨੈਣ ਸੋਹਣੇ ਨਹੀਂ, ਮੇਰੀਆਂ ਅੱਖਾਂ ਦੇ ਅੱਗੇ ਅਜਿਹਾ ਪਰਦਾ ਨਹੀਂ
ਕਿ ਮੈਂ ਉਸ ਪ੍ਰਮਾਤਮਾ ਦੇ ਦਰਸ਼ਨ ਕਰ ਸਕਾਂ, ਉਹਦੀ ਸੁੰਦਰਤਾ ਨੂੰ ਪਛਾਣ ਸਕਾਂ। ਆਰਤ ਦੁਆਰ ਰਟਤ ਪਿੰਗੁਰੀਆ, ਪਿੰਗੁਰੀਆ ਤੋਂ ਭਾਵ ਪਿੰਗਲਾ, ਕਿ ਮੈਂ ਪਿੰਗਲਾ ਵੀ ਹਾਂ। ਮੇਰੇ 'ਚ ਇੰਨੀ ਹਿੰਮਤ ਨਹੀਂ ਕਿ ਮੈਂ ਉੱਠ ਕੇ ਤੇਰੀ ਸਾਧ ਸੰਗਤ ਦੇ ਵਿੱਚ ਪਹੁੰਚ ਸਕਾਂ। ਇਸੇ ਲਈ ਮੇਰੀ ਤੇਰੇ ਅੱਗੇ ਅਰਦਾਸ ਹੈ, ਮੈਂ ਦੁਖੀ ਹੋ ਕੇ, ਆਰਤ ਤੋਂ ਭਾਵ ਦੁਖੀ, ਦੁਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ ਕਿ ਮੈਨੂੰ ਵਿਕਾਰਾਂ ਦੇ ਇਸ ਟੋਏ ਦੇ ਵਿੱਚੋਂ ਕੱਢ ਲੈ। ਦੀਨਾਨਾਥ ਅਨਾਥ ਕਰੁਣਾ ਮੈਂ ਸਾਜਨ ਮੀਤ ਪਿਤਾ ਮਹਿਤਰੀਆ। ਇਹਨਾਂ ਸਾਰੇ ਹੀ ਸ਼ਬਦਾਂ ਦੇ ਨਾਲ ਗੁਰੂ ਜੀ ਨੇ ਫਿਰ ਤੋਂ ਉਸ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਹੈ। ਦੀਨਾਨਾਥ ਅਨਾਥ ਭਾਵ ਕਿ ਯਤੀਮਾਂ ਉੱਤੇ ਤਰਸ ਕਰਨ ਵਾਲਾ, ਗਰੀਬਾਂ ਦਾ ਖਸਮ ਪ੍ਰਮਾਤਮਾ। ਕਰੁਣਾਮੈ, ਕਰੁਣਾਮੈ ਤੋਂ ਭਾਵ ਤਰਸ ਕਰਨ ਵਾਲਾ। ਸਾਜਨ ਤੋਂ ਭਾਵ ਸੱਜਣ, ਮੀਤ ਤੋਂ ਭਾਵ ਮਿੱਤਰ, ਪਿਤਾ ਤੋਂ ਭਾਵ ਪਿਤਾ, ਮਹਿਤਰੀਆ ਤੋਂ ਭਾਵ ਮਾਂ। ਸੋ ਇਹਨਾਂ ਵੱਖ-ਵੱਖ ਸ਼ਬਦਾਂ ਦੇ ਨਾਲ ਗੁਰੂ ਜੀ ਉਸ ਇੱਕ ਪ੍ਰਮਾਤਮਾ ਨੂੰ ਹੀ ਸੰਬੋਧਨ ਕਰਦੇ ਪਏ ਨੇ ਕਿ ਹੇ ਗਰੀਬਾਂ ਦੇ ਖਸਮ, ਯਤੀਮਾਂ ਉੱਤੇ ਤਰਸ ਕਰਨ ਵਾਲੇ, ਹੇ ਸੱਜਣ, ਹੇ ਮਿੱਤਰ, ਹੇ ਮੇਰੇ ਪਿਤਾ, ਮੇਰੀ ਮਾਂ ਪ੍ਰਮਾਤਮਾ। ਚਰਨ ਕਵਲ ਹਿਰਦੈ ਗਹਿ ਨਾਨਕ, ਭੈ ਸਾਗਰ ਸੰਤ ਪਾਰ ਉਤਰੀਆ। ਕਿ ਤੇਰੇ ਜਿਹੜੇ ਸੰਤ ਹਨ, ਸੰਤ ਪਾਰ ਉਤਰੀਆ, ਤੇਰੇ ਸੰਤ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ। ਕਿਵੇਂ? ਚਰਨ ਕਵਲ ਹਿਰਦੈ ਗਏ, ਤੇਰੇ ਚਰਨਾਂ ਕਵਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ, ਉਹ ਤੇਰੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਦੇ ਹਨ, ਤੇਰੀ ਯਾਦ ਨੂੰ ਸਦਾ ਆਪਣੇ ਮਨ ਦੇ ਵਿੱਚ ਰੱਖਦੇ ਹਨ, ਤੇ ਇਸ ਪ੍ਰਕਾਰ ਉਹ ਡਰਮਈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਰਾਗ ਗੌੜੀ ਬੈਰਾਗਣ ਮਹਿਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦਇਆ ਗੁਸਾਈ ਮੀਤਲਾ ਤੂੰ ਸੰਗ ਹਮਾਰਾ ਬਾਸ ਜਿਉ ਰਹਾਓ। ਹੇ ਤਰਸ ਕਰਨ ਵਾਲੇ, ਹੇ ਸ੍ਰਿਸ਼ਟੀ ਦੇ ਖਸਮ ਪਰਮਾਤਮਾ, ਤੇ ਹੇ ਮੇਰੇ ਮਿੱਤਰ ਪਰਮਾਤਮਾ। ਮੀਤਲਾ ਤੋਂ ਭਾਵ ਮੇਰੇ ਮਿੱਤਰ ਪਰਮਾਤਮਾ, ਤੂੰ ਸੰਗ ਹਮਾਰਾ ਬਾਸ ਜਿਉ। ਮੇਰੀ ਤੇਰੇ ਅੱਗੇ ਅਰਦਾਸ ਹੈ ਕਿ ਤੂੰ ਮੇਰੇ ਨਿਕਟ ਹੀ ਵਸਦਾ ਰਹਿ, ਮੇਰੇ ਅੰਗ ਸੰਗ ਹੀ ਵਸਦਾ ਰਹਿ। ਤੁਝ ਬਿਨ ਘਰੀ ਨਾ ਜੀਵਨਾ, ਧ੍ਰਿਗ ਰਹਿਣਾ ਸੰਸਾਰ। ਜੀ ਪ੍ਰਾਣ ਸੁਖ ਦਾਤਿਆ, ਨਿਮਖ ਨਿਮਖ ਬਲਿਹਾਰ ਜੀ। ਹੇ ਜਿੰਦ ਦੇ, ਪ੍ਰਾਣਾਂ ਦੇ ਅਤੇ ਸੁੱਖਾਂ ਦੇ ਦਾਤੇ ਪ੍ਰਮਾਤਮਾ, ਜੀ ਪ੍ਰਾਣ ਸੁਖ ਦਾਤਿਆ, ਨਿਮਖ ਨਿਮਖ ਬਲਿਹਾਰ ਜੀ। ਮੈਂ ਪਲ ਪਲ ਤੇਰੇ ਤੋਂ ਬਲਿਹਾਰੇ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਤੁਝ ਬਿਨ ਘਰੀ ਨਾ ਜੀਵਣਾ, ਤੇਰੇ ਤੋਂ ਬਗੈਰ ਵੀ ਕੋਈ ਜਿਉਣਾ ਹੈ ਜਦ ਤੂੰ ਮੇਰੇ ਅੰਗ ਸੰਗ ਨਹੀਂ ਵਸਦਾ। ਹੁਣ ਦੇਖੋ, ਵਸਦਾ ਉਹ ਪ੍ਰਮਾਤਮਾ ਸਦਾ ਹੀ ਸਾਡੇ ਅੰਗ ਸੰਗ ਹੈ। ਕਿਸੇ ਵੇਲੇ ਅਸੀਂ ਉਹਨੂੰ ਮਹਿਸੂਸ ਕਰ ਪਾਉਂਦੇ ਹਾਂ, ਕਿਸੇ ਵੇਲੇ ਨਹੀਂ ਕਰ ਪਾਉਂਦੇ। ਤਾਂ ਗੁਰੂ ਜੀ ਕਹਿ ਰਹੇ ਨੇ ਕਿ ਜਿਸ ਵਕਤ ਮੈਂ ਤੈਨੂੰ ਮਹਿਸੂਸ ਨਹੀਂ ਕਰ ਪਾਉਂਦਾ, ਉਸ ਘੜੀ ਪਲ ਲਈ ਵੀ ਜਿਉਣਾ ਦੁੱਭਰ ਹੈ, ਉਹ ਕੋਈ ਆਤਮਿਕ ਜੀਵਨ ਨਹੀਂ। ਤੁਝ ਬਿਨ ਘਰੀ ਨਾ ਜੀਵਨਾ, ਧ੍ਰਿਗ ਰਹਿਣਾ ਸੰਸਾਰ। ਕਿ ਜਦ ਤੂੰ ਹੀ ਮੇਰੇ ਚੇਤੇ ਦੇ ਵਿੱਚ ਨਹੀਂ ਤਾਂ ਇਸ ਸੰਸਾਰ ਦੇ ਵਿੱਚ ਵਸਣਾ ਧ੍ਰਿਗ ਹੈ, ਫਿਟਕਾਰ ਯੋਗ ਹੈ। ਹਸਤ ਅਲੰਬਨ ਦੇਹੋ ਪ੍ਰਭ, ਗਰਤੋ ਉਦਰ ਗੋਪਾਲ। ਮੋਹਿ ਨਿਰਗੁਣ ਮਤ ਥੋਰੀਆ, ਤੂੰ ਸਦ ਹੀ ਦੀਨ ਦਇਆਲ। ਹਸਤ ਅਲੰਬਨ ਤੋਂ ਭਾਵ ਹੱਥ ਦਾ ਸਹਾਰਾ ਦੇ ਕੇ, ਕਿ ਹੇ ਪ੍ਰਮਾਤਮਾ, ਹੇ ਗੋਪਾਲ ਪ੍ਰਭੂ, ਤੂੰ ਮੈਨੂੰ ਆਪਣੇ ਹੱਥ ਦਾ ਸਹਾਰਾ ਦੇ ਕੇ, ਗਰ ਤੋਂ ਉਦਰ ਭਾਵ ਕਿ ਵਿਕਾਰਾਂ ਦੇ ਟੋਏ ਦੇ ਵਿੱਚੋਂ ਕੱਢ ਲੈ। ਤੂੰ ਮੈਨੂੰ ਆਪਣੇ ਹੱਥ ਦਾ ਸਹਾਰਾ ਦੇ ਕੇ ਵਿਕਾਰਾਂ ਦੇ ਟੋਏ ਦੇ ਵਿੱਚੋਂ ਕੱਢ ਲੈ। ਮੋਹਿ ਨਿਰਗੁਣ, ਮੈਂ ਗੁਣਹੀਨ ਹਾਂ। ਮਤ ਥੋਰੀਆ, ਮੇਰੀ ਮਤ ਥੋੜੀ ਹੈ, ਹੋਛੀ ਹੈ, ਮੈਂ ਡੂੰਘਾ ਨਹੀਂ ਸੋਚ ਪਾਉਂਦਾ। ਤੂੰ ਸਦ ਹੀ ਦੀਨ ਦਇਆਲ, ਪਰ ਤੂੰ ਫਿਰ ਵੀ ਸਦਾ ਹੀ ਗਰੀਬਾਂ ਦੇ ਉੱਤੇ ਦਇਆ ਕਰਨ ਵਾਲਾ ਹੈ। ਮੇਰੇ ਵਰਗੇ ਨਿਰਗੁਣਿਆਂ ਤੇ ਦਇਆ ਕਰਨ ਵਾਲਾ ਹੈ, ਸਦਾ ਹੀ ਦਇਆ ਕਰਦਾ ਹੈ। ਇੰਨੀ ਦਇਆ ਕਰਦਾ ਹੈ ਕਿ ਕਿਆ ਸੁਖ ਤੇਰੇ ਸੰਮਲਾ, ਕਵਨ ਵਿਧੀ ਵਿਚਾਰ। ਸਰਨ ਸਮਾਈ ਦਾਸ ਹਿਤ ਉੱਚੇ ਅਗਮ ਅਪਾਰ। ਇਹ ਜੋ ਦੂਜੀ ਪੰਕਤੀ ਹੈ,
ਇਹਦੇ ਵਿੱਚ ਜਿੰਨੇ ਵੀ ਸ਼ਬਦ ਹਨ ਉਹਨਾਂ ਸਾਰਿਆਂ ਦੇ ਰਾਹੀਂ ਗੁਰੂ ਜੀ ਉਸ ਪਰਮਾਤਮਾ ਨੂੰ ਫਿਰ ਤੋਂ ਸੰਬੋਧਨ ਕਰਦੇ ਪਏ ਨੇ। ਸਰਨ ਸਮਾਈ ਤੋਂ ਭਾਵ ਆਪਣੀ ਸ਼ਰਨ ਦੇ ਵਿੱਚ ਆਏ ਹੋਏ ਜੀਵਾਂ ਦੀ ਸੰਭਾਲ ਕਰਨ ਵਾਲੇ, ਦਾਸ ਹਿੱਤ ਭਾਵ ਆਪਣੇ ਦਾਸਾਂ ਦੇ ਹਿੱਤ ਦੇ ਵਿੱਚ ਖੜਨ ਵਾਲੇ, ਉੱਚੇ ਅਪਹੁੰਚ ਤੇ ਬੇਅੰਤ ਪਰਮਾਤਮਾ, ਕਿਆ ਸੁੱਖ ਤੇਰੇ ਸੰਮਲਾ, ਕਿ ਮੈਂ ਤੇਰੇ ਕਿਹੜੇ ਕਿਹੜੇ ਸੁੱਖਾਂ ਨੂੰ ਯਾਦ ਕਰਾਂ। ਤੂੰ ਮੈਨੂੰ ਇੰਨੇ ਬੇਅੰਤ ਸੁੱਖ ਬਖਸ਼ੇ ਨੇ ਕਿ ਮੈਂ ਕਿਹੜਿਆਂ ਕਿਹੜਿਆਂ ਨੂੰ ਆਪਣੇ ਚੇਤੇ ਦੇ ਵਿੱਚ ਲੈ ਕੇ ਆਵਾਂ। ਕਵਨ ਵਿਧੀ ਵਿਚਾਰ, ਤੇ ਕਿਹੜੇ ਤਰੀਕਿਆਂ ਦੇ ਨਾਲ ਮੈਂ ਉਹਨਾਂ ਸੁੱਖਾਂ ਦਾ ਵਖਾਣ ਕਰਾਂ, ਕਿਵੇਂ ਮੈਂ ਉਹਨਾਂ ਸੁੱਖਾਂ ਦੇ ਉੱਤੇ ਵਿਚਾਰ ਕਰਾਂ। ਉਹ ਸੁੱਖ ਤੇਰੇ ਵੱਲੋਂ ਬਖਸ਼ੇ ਹੋਏ ਹੈਨ ਹੀ ਇੰਨੇ ਬੇਅੰਤ ਕਿ ਮੈਂ ਚਾਹ ਕੇ ਵੀ ਉਹਨਾਂ ਨੂੰ ਬਿਆਨ ਨਹੀਂ ਕਰ ਸਕਦਾ। ਕੋਈ ਇੱਕ ਅੱਧਾ ਹੋਵੇ ਤੇ ਅਸੀਂ ਝੱਟ ਦੱਸ ਦਈਏ ਕਿ ਆਹ ਸੁੱਖ ਸਾਨੂੰ ਉਸ ਪਰਮਾਤਮਾ ਨੇ ਬਖਸ਼ਿਆ ਹੈ, ਪਰ ਹੈਨ ਹੀ ਅਨੇਕਾਂ, ਹੈਨ ਹੀ ਬੇਅੰਤ ਕਿ ਅਸੀਂ ਚਾਹ ਕੇ ਵੀ ਦੱਸ ਨਹੀਂ ਸਕਦੇ, ਗਿਣ ਨਹੀਂ ਸਕਦੇ। ਸਗਲ ਪਦਾਰਥ ਅਸ਼ਟ ਸਿੱਧ, ਨਾਮ ਮਹਾਰਸ ਮਾਹੇ। ਸਾਰੇ ਹੀ ਪ੍ਰਕਾਰ ਦੇ ਪਦਾਰਥ ਅਤੇ ਜੋਗੀਆਂ ਦੀਆਂ 8 ਸਿੱਧੀਆਂ ਦਾ ਸੁੱਖ ਸਾਰਿਆਂ ਤੋਂ ਉੱਤਮ ਰਸ ਨਾਮ ਰਸ ਦੇ ਵਿੱਚ ਮੌਜੂਦ ਹੈ। ਤੁਹਾਨੂੰ ਕੁਝ ਬਹੁਤਾ ਕਰਨ ਦੀ ਲੋੜ ਨਹੀਂ। ਕਿਸੇ ਜੰਗਲਾਂ ਦੇ ਵਿੱਚ ਜਾ ਕੇ ਪੁੱਠੇ ਲਟਕ ਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ, ਚੁੱਪ ਰਹਿਣ ਦੀ ਲੋੜ ਨਹੀਂ, ਭੁੱਖੇ ਰਹਿਣ ਦੀ ਲੋੜ ਨਹੀਂ। ਇਸ ਪ੍ਰਕਾਰ ਦੇ ਦੁਨਿਆਵੀ ਕਾਰਜ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਸਿਰਫ ਆਪਣੀ ਜ਼ਿੰਦਗੀ ਦੇ ਹਰ ਪਲ ਦੇ ਵਿੱਚ ਉਸ ਪਰਮਾਤਮਾ ਨੂੰ ਚੇਤੇ ਦੇ ਵਿੱਚ ਰੱਖੋ ਤੇ ਤੁਹਾਨੂੰ ਇਹਨਾਂ ਸਾਰੇ ਹੀ ਪਦਾਰਥਾਂ ਦਾ, ਸਾਰੀਆਂ ਹੀ ਵਿਧੀਆਂ ਦਾ ਲਾਭ ਪ੍ਰਾਪਤ ਹੋ ਜਾਏਗਾ। ਸੋ ਪ੍ਰਸੰਨ ਭਏ ਕੇਸਵਾ, ਸੇ ਜਨ ਹਰ ਗੁਣ ਗਾਹੇ। ਜਿਨ੍ਹਾਂ ਦੇ ਉੱਪਰ, ਜਿਨ੍ਹਾਂ ਸੇਵਕਾਂ, ਜਿਨ੍ਹਾਂ ਜੀਵਾਂ ਦੇ ਉੱਪਰ ਲੰਬੇ ਵਾਲਾਂ ਵਾਲੇ ਉਹ ਪਰਮਾਤਮਾ ਪ੍ਰਸੰਨ ਹੁੰਦੇ ਹਨ, ਉਹ ਸੇਵਕ ਹੋਰ ਸਾਧ ਸੰਗਤ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਨ। ਮਾਤ ਪਿਤਾ ਸੁਤ ਬੰਧ ਪੋ, ਤੂੰ ਮੇਰੇ ਪ੍ਰਾਣ ਆਧਾਰ। ਹੇ ਮੇਰੇ ਪ੍ਰਾਣਾਂ ਦੇ ਆਸਰੇ ਪ੍ਰਮਾਤਮਾ, ਤੂੰ ਹੀ ਮੇਰਾ ਮਾਤਾ, ਤੂੰ ਹੀ ਮੇਰਾ ਪਿਤਾ, ਤੂੰ ਹੀ ਮੇਰਾ ਪੁੱਤਰ ਤੇ ਤੂੰ ਹੀ ਮੇਰਾ ਰਿਸ਼ਤੇਦਾਰ ਹੈ। ਮੇਰੇ ਲਈ ਮੇਰਾ ਸਭ ਕੁਝ ਤੂੰ ਹੀ ਹੈ। ਸਾਧ ਸੰਗ ਨਾਨਕ ਭਜੈ, ਬਿਖ ਤਰਿਆ ਸੰਸਾਰ। ਇਸੇ ਲਈ ਹੀ ਨਾਨਕ ਸਾਧ ਸੰਗਤ ਦੇ ਵਿੱਚ ਬੈਠ ਕੇ, ਸਾਧ ਸੰਗਤ ਦੇ ਵਿੱਚ ਜੁੜ ਕੇ ਤੇਰੇ ਨਾਮ ਦਾ ਭਜਨ ਕਰਦਾ ਹੈ, ਤੇਰੇ ਗੁਣ ਗਾਉਂਦਾ ਹੈ, ਤਾਂ ਕਿ ਉਹ ਜ਼ਹਿਰ ਰੂਪੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੇ, ਇਸ ਨੂੰ ਤਰ ਸਕੇ। ਗੌੜੀ ਬੈਰਾਗਣ ਰहोए ਕੇ, ਸ਼ੰਤ ਕੇ ਘਰ ਮਹਿਲਾ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੈ ਕੋਈ RAM ਪਿਆਰੋ ਗਾਵੈ, ਸਰਵ ਕਲਿਆਣ ਸੂਖ ਸੱਚ ਪਾਵੈ ਰਹਾਉ। ਜੋ ਪਹਿਲੇ 2 ਸ਼ਬਦ ਹਨ ਉਹਨਾਂ ਨੂੰ ਇਸ ਪ੍ਰਕਾਰ ਪੜ੍ਹੀਏ ਤਾਂ ਜ਼ਿਆਦਾ ਸਮਝ ਦੇ ਵਿੱਚ ਗੱਲ ਪੈਂਦੀ ਹੈ ਕਿ ਹੈ ਕੋਈ, ਕਿ ਕੋਈ ਵਿਰਲਾ ਮਨੁੱਖ ਹੀ ਹੈ ਜਿਹੜਾ ਉਸ RAM ਦੇ, ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਤੇ ਜਿਹੜਾ ਗਾ ਲੈਂਦਾ ਹੈ ਉਹਨੂੰ ਸਰਵ ਕਲਿਆਣ ਸੂਖ ਸੱਚ ਪਾਵੈ। ਉਹਨੂੰ ਹਰ ਪ੍ਰਕਾਰ ਦੇ ਸੁੱਖ, ਹਰ ਪ੍ਰਕਾਰ ਦੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਪਰਮਾਤਮਾ ਖੁਦ ਮਿਲ ਪੈਂਦਾ ਹੈ। ਨਹੀਂ ਤਾਂ ਲੋਕ ਕੀ ਕਰਦੇ ਨੇ, ਬਨ ਬਨ ਖੋਜਤ ਫਿਰਤ ਵੈਰਾਗੀ, ਵਿਰਲੇ ਕਾਹੂ ਏਕ ਲਿਵ ਲਾਗੀ, ਜਿਨ ਹਰ ਪਾਇਆ ਸੇ ਵਡਭਾਗੀ। ਨਹੀਂ ਤਾਂ ਕਈ ਮਨੁੱਖ ਜੰਗਲਾਂ ਦੇ ਵਿੱਚ ਉਸ ਪਰਮਾਤਮਾ ਨੂੰ ਲੱਭਦੇ ਫਿਰਦੇ ਨੇ, ਜਿੱਥੋਂ ਕਿ ਓਬਵੀਅਸਲੀ ਉਹ ਨਹੀਂ ਲੱਭਦਾ। ਉਹਨੂੰ ਲੱਭਣ ਦੇ ਲਈ ਕਿਤੇ ਵੀ ਦੂਰ ਦਰਾਡੀਆਂ ਥਾਵਾਂ 'ਤੇ ਜਾਣ ਦੀ ਲੋੜ ਨਹੀਂ ਹੁੰਦੀ, ਆਪਣੀ ਦੁਨਿਆਵੀ ਜ਼ਿੰਦਗੀ ਨੂੰ ਛੱਡਣ ਦੀ ਵੀ ਲੋੜ ਨਹੀਂ ਹੁੰਦੀ। ਜਿਹਨੇ ਲੱਭਣਾ ਹੈ ਇਸ ਸੰਸਾਰ ਦੇ ਵਿੱਚ ਵਿਚਰਦੇ ਹੋਏ ਵੀ ਲੱਭ ਲੈਂਦਾ ਹੈ, ਇਸ ਸੰਸਾਰ ਦੇ ਸਿਸਟਮ ਦਾ ਹਿੱਸਾ ਬਣੇ ਹੋਏ ਵੀ ਲੱਭ ਲੈਂਦਾ ਹੈ। ਸਾਡੇ ਗੁਰੂ ਸਾਹਿਬਾਨ ਕਦੇ ਇਸ ਸੰਸਾਰ ਦੇ ਸਿਸਟਮ 'ਚੋਂ ਬਾਹਰ ਨਹੀਂ ਗਏ ਸੀ। ਉਹਨਾਂ ਦੀਆਂ ਗ੍ਰਹਿਸਤੀਆਂ ਸਨ, ਉਹਨਾਂ ਨੇ ਆਪਣੀ ਗ੍ਰਹਿਸਤੀ ਦੇ ਵੀ ਸਾਰੇ ਫਰਜ਼ ਨਿਭਾਏ ਨੇ, ਪਰ ਫਿਰ ਵੀ ਪਰਮਾਤਮਾ ਦੇ ਬਹੁਤ ਨੇੜੇ ਰਹੇ ਨੇ। ਤਾਂ ਇਹ ਤੋਂ ਇਹ ਸਿੱਧ ਹੁੰਦਾ ਹੈ ਕਿ ਤੁਹਾਨੂੰ ਪਰਮਾਤਮਾ ਦੇ ਨਾਲ ਸਾਂਝ ਬਣਾਉਣ ਦੇ ਲਈ, ਉਹਦੇ ਨੇੜੇ ਰਹਿਣ ਦੇ ਲਈ
ਸਭ ਕੁਝ ਛੱਡ ਕੇ ਕਿਤੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਪੈਂਦੀ। ਇਹ ਤੇ ਉਸ ਪਰਮਾਤਮਾ ਦੀ ਮਿਹਰ ਹੈ ਜਿਸ ਮਨੁੱਖ ਤੇ ਹੋ ਜਾਂਦੀ ਹੈ। ਵਿਰਲੇ ਕਾਹੂ ਏਕ ਲਿਵ ਲਾਗੀ। ਜਿਹੜੇ ਮਨੁੱਖ ਤੇ ਉਹ ਪਰਮਾਤਮਾ ਖੁਦ ਮਿਹਰ ਕਰਦਾ ਹੈ, ਉਸ ਵਿਰਲੇ ਮਨੁੱਖ ਦੀ ਉਸ ਇੱਕ ਪਰਮਾਤਮਾ ਦੇ ਨਾਲ ਲਿਵ ਲੱਗੀ ਰਹਿੰਦੀ ਹੈ, ਉਹਦੀ ਤਾਰ ਜੁੜੀ ਰਹਿੰਦੀ ਹੈ। ਉਹਨੂੰ ਇੱਕ ਪਲ ਦੇ ਲਈ ਵੀ ਉਹ ਪਰਮਾਤਮਾ ਚੇਤੇ 'ਚੋਂ ਨਹੀਂ ਨਿਕਲਦਾ। ਜਿਨ ਹਰ ਪਾਇਆ ਸੇ ਵਡਭਾਗੀ। ਤੇ ਉਹ ਮਨੁੱਖ ਜਿਨ੍ਹਾਂ ਨੂੰ ਇਹ ਸਬੱਬ ਹਾਸਲ ਹੋਇਆ ਹੈ, ਉਹਨਾਂ ਨੂੰ ਅਸੀਂ ਵੱਡੇ ਭਾਗਾਂ ਵਾਲੇ ਸਮਝਦੇ ਹਾਂ। ਬ੍ਰਹਮ ਆਦਿਕ ਸਨਕ ਆਦਿਕ ਚਾਹੈ। ਬ੍ਰਹਮਾ ਵਰਗੇ ਹੋਰ ਵੱਡੇ ਦੇਵਤੇ, ਸਨਕ ਅਤੇ ਉਸਦੇ ਭਰਾ ਸਨੰਦਨ, ਸੁਨਾਤਨ, ਸਨਤ ਕੁਮਾਰ, ਇਹ ਸਾਰੇ ਹੀ ਉਸ ਪਰਮਾਤਮਾ ਨੂੰ ਲੋਚਦੇ ਹਨ। ਜੋਗੀ ਜਤੀ ਸਿੱਧ ਹਰ ਆਹੈ। ਜਿਹੜੇ ਜੋਗੀ ਹਨ, ਜਤੀ ਹਨ, ਸਿੱਧ ਹਨ, ਉਹ ਵੀ ਉਸ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰਨਾ ਚਾਹੁੰਦੇ ਹਨ। ਪਰ ਜਿਸੈ ਪ੍ਰਾਪਤ ਸੋ ਹਰ ਗੁਣ ਗਾਹੈ। ਪਰ ਜਿਸ ਮਨੁੱਖ ਤੇ ਉਸ ਪਰਮਾਤਮਾ ਦੀ ਖੁਦ ਮਿਹਰ ਹੁੰਦੀ ਹੈ, ਜਿਹਦੇ ਲੇਖਾਂ ਦੇ ਵਿੱਚ ਉਹਦਾ ਮਿਲਾਪ ਲਿਖਿਆ ਹੁੰਦਾ ਹੈ, ਉਹੀ ਉਸ ਪਰਮਾਤਮਾ ਦੇ ਗੁਣ ਗਾ ਪਾਉਂਦਾ ਹੈ। ਤਾਕੀ ਸਰਨ ਜਿਨ ਵਿਸਰਤ ਨਾਹੀ। ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੂੰ ਕਦੇ ਪਰਮਾਤਮਾ ਭੁੱਲਦਾ ਹੀ ਨਹੀਂ, ਜਿਨ੍ਹਾਂ ਦੇ ਚੇਤੇ ਦੇ ਵਿੱਚੋਂ ਇੱਕ ਪਲ ਦੇ ਲਈ ਵੀ ਉਹ ਪਰਮਾਤਮਾ ਨਹੀਂ ਨਿਕਲਦਾ, ਸਾਨੂੰ ਉਹਨਾਂ ਦੀ ਸਰਨ ਦੇ ਵਿੱਚ ਪੈਣਾ ਚਾਹੀਦਾ ਹੈ। ਵਡਭਾਗੀ ਹਰ ਸੰਤ ਮਿਲਾਹੀ। ਵੱਡੇ ਭਾਗਾਂ ਦੇ ਨਾਲ ਹੀ ਉਹ ਪਰਮਾਤਮਾ ਸਾਨੂੰ ਅਜਿਹੇ ਸੰਤਾਂ ਦੇ ਨਾਲ ਮਿਲਾਉਂਦਾ ਹੈ। ਜਨਮ ਮਰਨ ਤਿਹ ਮੂਲੇ ਨਾਹੀ। ਤੇ ਅਜਿਹੇ ਜਿਹੜੇ ਸੰਤ ਹੁੰਦੇ ਨੇ, ਉਹ ਜਨਮ ਮਰਨ ਦੇ ਗੇੜ ਵਿੱਚੋਂ ਉੱਪਰ ਉੱਠ ਚੁੱਕੇ ਹੁੰਦੇ ਨੇ। ਉਹਨਾਂ ਦੀ ਮਾਨਸਿਕ ਅਵਸਥਾ ਸਥਿਰ ਹੁੰਦੀ ਹੈ। ਉਹ ਖੁਸ਼ੀਆਂ ਆਉਣ 'ਤੇ ਉਛਲਦੇ ਨਹੀਂ ਤੇ ਦੁੱਖ ਆਉਣ 'ਤੇ ਢਹਿੰਦੇ ਨਹੀਂ, ਸਦਾ ਸਥਿਰ ਰਹਿੰਦੇ ਨੇ। ਕਰ ਕਿਰਪਾ ਮਿਲ ਪ੍ਰੀਤਮ ਪਿਆਰੇ। ਬਿਨੋ ਸੁਨੋ ਪ੍ਰਭ ਊਚ ਅਪਾਰੇ। ਨਾਨਕ ਮੰਗਤ ਨਾਮ ਆਧਾਰੇ। ਹੇ ਉੱਚੇ ਅਤੇ ਬੇਅੰਤ ਪਰਮਾਤਮਾ, ਮੇਰੀ ਬੇਨਤੀ ਸੁਣ। ਨਾਨਕ ਤੇਰੇ ਅੱਗੇ ਬੇਨਤੀ ਕਰਦਾ ਹੈ, ਅਰਦਾਸ ਕਰਦਾ ਹੈ, ਉਹਦੀ ਬੇਨਤੀ ਸੁਣ। ਮੇਰੇ ਤੇ ਕਿਰਪਾ ਕਰ, ਮੇਰੇ ਤੇ ਦਇਆ ਕਰ ਤੇ ਮੈਨੂੰ ਆ ਮਿਲ। ਮੇਰੇ ਪ੍ਰਮਾਤਮਾ, ਮੇਰੇ ਪਿਆਰੇ, ਮੈਨੂੰ ਆ ਮਿਲ। ਮੈਨੂੰ ਆਪਣੇ ਨਾਮ ਦਾ ਆਸਰਾ ਦੇ, ਜਿਹੜਾ ਕਿ ਮੇਰੀ ਜ਼ਿੰਦਗੀ ਦਾ ਆਸਰਾ ਬਣ ਸਕੇ, ਮੇਰੇ ਆਤਮਿਕ ਜੀਵਨ ਦਾ ਸਹਾਰਾ ਬਣ ਸਕੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਦੇ ਅੰਗ ਦੀ ਬਾਣੀ ਦੀ ਸਮਾਪਤੀ ਹੁੰਦੀ ਹੈ ਜੀ। ਸਭ ਤੋਂ ਚੰਗੀ ਗੱਲ ਜੋ ਅੱਜ ਸਾਨੂੰ ਸਿੱਖਣ ਨੂੰ ਮਿਲੀ ਹੈ, ਉਹ ਇਹ ਹੈ ਕਿ ਸਾਨੂੰ ਸਭਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੀਆਂ ਅੱਖਾਂ ਦੇ ਅੱਗੇ ਕਿਸੇ ਨਾ ਕਿਸੇ ਪ੍ਰਕਾਰ ਦਾ ਪਰਦਾ ਜ਼ਰੂਰ ਪਿਆ ਹੋਇਆ ਹੈ। ਮੇਰੇ ਵੀ ਪਿਆ ਹੈ, ਤੁਹਾਡੇ ਵੀ ਪਿਆ ਹੈ, ਹਰ ਇੱਕ ਦੇ ਪਿਆ ਹੈ। ਹਰ ਇਨਸਾਨ ਹਰ ਚੀਜ਼ ਨੂੰ ਆਪਣੇ ਉਸ ਪਰਦੇ ਦੇ ਰਾਹੀਂ ਹੀ ਵੇਖਦਾ ਹੈ। ਇਹੀ ਕਾਰਨ ਹੈ ਕਿ ਇੱਕ ਹੀ ਗੱਲ ਦੇ ਬੜੇ ਮਤਲਬ ਨਿਕਲ ਜਾਂਦੇ ਹਨ। ਇੱਕ ਹੀ ਚੀਜ਼ ਨੂੰ ਅਸੀਂ ਵੱਖ-ਵੱਖ ਤਰੀਕੇ ਦੇ ਨਾਲ ਵੇਖਦੇ ਹਾਂ। ਸੋ ਆਓ ਕੋਸ਼ਿਸ਼ ਕਰੀਏ ਕਿ ਅਸੀਂ ਪਛਾਣ ਸਕੀਏ, ਆਪਣੇ ਆਪ ਨਾਲ ਵਾਰਤਾਲਾਪ ਕਾਇਮ ਕਰਕੇ ਅਸੀਂ ਪਛਾਣ ਸਕੀਏ ਕਿ ਸਾਡੀਆਂ ਅੱਖਾਂ ਅੱਗੇ ਜੋ ਪਰਦਾ ਹੈ ਉਹ ਕਿਸ ਪ੍ਰਕਾਰ ਦਾ ਹੈ। ਅਸੀਂ ਜ਼ਿਆਦਾਤਰ ਚੀਜ਼ਾਂ ਨੂੰ ਕਿਸ ਪ੍ਰਕਾਰ ਵੇਖਦੇ ਹਾਂ। ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਣ ਆਮ ਜ਼ਿੰਦਗੀਆਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਮਿਲ ਜਾਂਦੀ ਹੈ ਕਿ ਬਹੁਤੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਚੰਗੇ ਤੋਂ ਚੰਗੀ ਘਟਨਾ ਦੇ ਵਿੱਚੋਂ ਵੀ ਮਾੜਾਪਣ ਲੱਭ ਲੈਂਦੇ ਨੇ, ਤੇ ਬਥੇਰੇ ਅਜਿਹੇ ਵੀ ਹੁੰਦੇ ਨੇ ਜਿਹੜੇ ਗੰਦਗੀ ਦੇ ਢੇਰ 'ਚੋਂ ਵੀ ਸਿਉਣਾ ਲੱਭ ਲੈਂਦੇ ਨੇ। ਭਾਵ ਕਿ ਮਾੜੀ ਤੋਂ ਮਾੜੀ ਘਟਨਾ ਵਿੱਚੋਂ ਵੀ ਚੰਗਾਪਣ ਲੱਭ ਲੈਂਦੇ ਨੇ। ਵੱਖਰੀਆਂ ਵੱਖਰੀਆਂ ਸੋਚਾਂ ਨੇ, ਵੱਖਰੇ ਵੱਖਰੇ ਸੋਚਣ ਦੇ ਤਰੀਕੇ ਨੇ, ਵੱਖਰਾ ਵੱਖਰਾ ਪਰਦਾ ਅੱਖਾਂ ਦੇ ਸਾਹਮਣੇ ਪਿਆ ਹੋਇਆ ਹੈ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਨੂੰ ਪਤਾ ਹੋਵੇ ਕਿ ਸਾਡੀਆਂ ਅੱਖਾਂ ਅੱਗੇ ਜੋ ਪਰਦਾ ਹੈ ਉਹ ਕਿਸ ਪ੍ਰਕਾਰ ਦਾ ਹੈ। ਕੀ ਅਸੀਂ ਜ਼ਿਆਦਾਤਰ ਨਿਰਾਸ਼ਾਵਾਦੀ ਰਹਿੰਦੇ ਹਾਂ ਜਾਂ ਕੀ ਅਸੀਂ ਜ਼ਿਆਦਾਤਰ ਆਸ਼ਾਵਾਦੀ ਰਹਿੰਦੇ ਹਾਂ। ਬਹੁਤ ਵਾਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸਾਡੀ ਉਦਾਸੀ ਦਾ ਕਾਰਨ ਇਹੀ ਹੁੰਦਾ ਹੈ ਕਿ ਚੰਗੀਆਂ ਚੀਜ਼ਾਂ 'ਤੇ ਸਾਡਾ ਧਿਆਨ ਹੀ ਨਹੀਂ ਜਾਂਦਾ। ਜੋ ਕੁਝ ਵੀ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਹੋ ਰਿਹਾ ਹੁੰਦਾ ਹੈ, ਸਾਡੀਆਂ ਅੱਖਾਂ ਅੱਗੇ ਪਿਆ ਹੋਇਆ ਉਹ ਪਰਦਾ ਉਸ ਚੰਗੇ ਨੂੰ
ਜਿਸ ਪ੍ਰਕਾਰ ਅਸੀਂ ਜੂਸ ਦੀ ਉਦਾਹਰਣ ਲਈ ਸੀ, ਜੂਸ ਦੇ ਫੂਸ ਵਾਂਗ ਕੱਢ ਕੇ ਬਾਹਰ ਸੁੱਟ ਦਿੰਦਾ ਹੈ ਤੇ ਮਾੜੇ ਮਾੜੇ ਦਾ ਜੂਸ ਸਾਡੇ ਸਾਹਮਣੇ ਪਰੋਸ ਦਿੰਦਾ ਹੈ, ਤੇ ਸਾਨੂੰ ਐਸਾ ਹੀ ਲੱਗਦਾ ਹੈ ਕਿ ਬਸ ਜੋ ਕੁਝ ਹੋ ਰਿਹਾ ਹੈ ਮਾੜਾ ਹੀ ਮਾੜਾ ਹੋ ਰਿਹਾ, ਚੰਗਾ ਕੁਝ ਹੋ ਹੀ ਨਹੀਂ ਰਿਹਾ। ਅਜਿਹੇ 'ਚ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਸ ਜਾਲੀ ਨੂੰ ਲਾ ਕੇ ਪਰੇ ਸਿੱਟ ਦਈਏ, ਤਾਂ ਕਿ ਜੋ ਚੰਗਾ ਹੋ ਰਿਹਾ ਹੈ ਉਹ ਵੀ ਸਾਡੇ ਸਾਹਮਣੇ ਪਰੋਸਿਆ ਜਾਵੇ, ਸਾਨੂੰ ਪਤਾ ਲੱਗੇ ਕਿ ਭਾਈ ਜ਼ਿੰਦਗੀ 'ਚ ਸਭ ਕੁਝ ਮਾੜਾ ਹੀ ਮਾੜਾ ਨਹੀਂ ਹੋ ਰਿਹਾ, ਆ ਚੰਗੀਆਂ ਚੀਜ਼ਾਂ ਵੀ ਹੋ ਰਹੀਆਂ ਨੇ। ਕਈ ਵਾਰ ਇੰਨਾ ਕੁ ਬਦਲਾਅ ਹੀ ਸਾਡੀ ਉਦਾਸੀ ਨੂੰ, ਸਾਡੀ ਨਿਰਾਸ਼ਾ ਨੂੰ ਦੂਰ ਕਰਨ ਦੇ ਵਿੱਚ ਬਹੁਤ ਸਹਾਈ ਹੁੰਦਾ ਹੈ। ਸੋ ਉਮੀਦ ਕਰਦੇ ਹਾਂ ਅਸੀਂ ਸਾਰੇ ਹੀ ਇਸ ਗੱਲ ਦੇ ਉੱਤੇ ਅਮਲ ਕਰਾਂਗੇ। ਪ੍ਰਮਾਤਮਾ ਸਾਨੂੰ ਬਲ ਬਖਸ਼ਣ ਯੋਗ ਹੈ, ਸਾਨੂੰ ਸਮੱਤ ਬਖਸ਼ਣ ਯੋਗ ਹੈ। ਉਹੀ ਸਾਨੂੰ ਸਮੱਤ ਬਖਸ਼ੇਗਾ ਜਿਸ ਦੇ ਨਾਲ ਕਿ ਅਸੀਂ ਆਪੋ ਆਪਣੀਆਂ ਅੱਖਾਂ ਦੇ ਅੱਗੇ ਪਏ ਹੋਏ ਪਰਦਿਆਂ ਨੂੰ ਲਾਉਣ ਦੇ ਵਿੱਚ ਸਫਲ ਹੋਵਾਂਗੇ। ਇਸ ਦੁਨੀਆ ਦੇ ਉੱਤੇ ਚੱਲਦੇ ਹੋਏ ਅਨੇਕਾਂ ਹੀ ਝਗੜਿਆਂ ਦਾ ਮੁੱਖ ਕਾਰਨ ਹੀ ਇਹੀ ਹੈ ਕਿ ਝਗੜ ਰਹੇ ਦੋਨਾਂ ਧੜਿਆਂ ਦੀਆਂ ਅੱਖਾਂ ਅੱਗੇ ਵੱਖਰੇ ਵੱਖਰੇ ਪਰਦੇ ਪਏ ਹੋਏ ਨੇ, ਵੱਖਰੇ ਵੱਖਰੇ ਫਿਲਟਰ ਨੇ, ਜਿਨ੍ਹਾਂ ਦੇ ਥਰੂ ਇੱਕ ਚੀਜ਼ ਨੂੰ ਉਹ ਵੇਖਦੇ ਪਏ ਨੇ। ਚੀਜ਼ ਇੱਕ ਹੈ, ਘਟਨਾ ਇੱਕ ਹੈ, ਬਿਰਤਾਂਤ ਇੱਕ ਹੈ, ਦੇਖਣ ਦੇ ਨਜ਼ਰੀਏ ਵੱਖਰੇ ਵੱਖਰੇ ਨੇ, ਤੇ ਉਹਨਾਂ ਵੱਖਰੇ ਨਜ਼ਰੀਆਂ ਦੇ ਕਾਰਨ ਹੀ ਦੁਨੀਆ ਦੇ ਵਿੱਚ ਬਹੁਤ ਸਾਰੇ ਵਿਵਾਦ ਚੱਲ ਰਹੇ ਨੇ। ਤੇ ਇਸ ਨਜ਼ਰੀਏ ਦੇ ਨਾਲ, ਉਸ ਪਰਦੇ ਦੇ ਨਾਲ ਨਾਲ ਇੱਕ ਪਰਦਾ ਸਾਡੇ ਮਨ ਤੇ ਹੋਰ ਵੀ ਪਿਆ ਹੋਇਆ, ਜਿਹਦੇ 'ਚ ਕਿ ਅਸੀਂ ਦੂਜੇ ਪੱਖ ਦਾ ਨਜ਼ਰੀਆ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸਾਡੀਆਂ ਅੱਖਾਂ ਅੱਗੇ ਪਿਆ ਪਰਦਾ ਇੰਨਾ ਗਹਿਰਾ ਹੈ ਕਿ ਅਸੀਂ ਇਹ ਵੀ ਨਹੀਂ ਦੇਖਦੇ ਕਿ ਦੂਜੇ ਪੱਖ ਤੋਂ ਕੀ ਦਿਸ ਰਿਹਾ ਹੋਊਗਾ। ਘੱਟੋ ਘੱਟ ਜੇ ਦੂਜੇ ਦੀਆਂ ਅੱਖਾਂ ਨਹੀਂ ਦੇਖ ਸਕਦੇ, ਉਹਨਾਂ ਦੇ ਅੱਗੇ ਪਿਆ ਹੋਇਆ ਪਰਦਾ ਹੀ ਦੇਖਣ ਦੀ ਕੋਸ਼ਿਸ਼ ਕਰ ਲਈਏ, ਉਸੇ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰ ਲਈਏ, ਬਹੁਤੇ ਝਗੜਿਆਂ ਦਾ ਹੱਲ ਉੱਥੋਂ ਹੀ ਨਿਕਲ ਸਕਦਾ ਹੈ। ਸੋ ਇਹਨਾਂ ਹੀ ਸੰਦੇਸ਼ਾਂ ਦੇ ਨਾਲ ਅੱਜ ਦੀ ਵੀਡੀਓ ਦੀ ਅਸੀਂ ਸਮਾਪਤੀ ਕਰਦੇ ਹਾਂ ਜੀ। ਫਤਿਹ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।